ਜਲੰਧਰ ਜ਼ਿਲ੍ਹੇ ਦੇ ਮਾਣਕੋ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਅੱਜ ਮੀਟਿੰਗ ਕੀਤੀ ਗਈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਵਾਈਸ ਪ੍ਰਧਾਨ ਗੁਰਮੁਖ ਸਿੰਘ ਢੱਕੋਵਾਲ ਉਚੇਚੇ ਤੌਰ ਤੇ ਹਾਜ਼ਰ ਹੋਏ। ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਇੰਸਪੈਕਟਰ ਹਰਜਿੰਦਰ ਸਿੰਘ ਮਾਣਕੋ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਕਿਸਾਨ ਮੋਰਚੇ ਦਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਜਿੰਨੇ ਵੀ ਕਿਸਾਨ ਵੀਰ ਆਏ ਨੇ, ਸਾਡੀਆਂ ਮਾਤਾਵਾਂ ਭੈਣਾਂ, ਸਾਡੇ ਨੌਜਵਾਨ ਵੀਰ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਜਿਵੇਂ ਸਰਦਾਰ ਮਨਜੀਤ ਸਿੰਘ ਉਹਨਾਂ ਨੇ ਕਿਹਾ, ਪਹਿਲਾਂ ਤਾਂ ਤੁਹਾਡੇ ਪਾਸੋਂ ਮਾਫੀ ਚਾਹੁੰਦੇ ਆ, ਜ਼ਿਆਦਾ ਵੇਟ ਕਰਨਾ ਪਿਆ। ਅੱਜ ਸਵੇਰ ਦੇ ਵੈਸੇ ਤਾਂ ਤੁਰੇ ਹੋਏ ਆ, ਲਗਭਗ 9-10 ਜਗ੍ਹਾ 9-10 ਪਿੰਡਾਂ ਦੇ ਵਿੱਚ ਜਾ ਕੇ ਆਏ ਆ, ਔਰ ਜਿੱਥੇ ਜਾਓ ਫਿਰ ਥੋੜਾ ਬਹੁਤ ਟਾਈਮ ਵੱਧ ਲੱਗ ਜਾਂਦਾ, ਇਸ ਕਰਕੇ ਲੇਟ ਹੋ ਗਏ, ਮਾਫੀ ਚਾਹੁੰਦੇ ਇੱਕ ਵਾਰ ਫਿਰ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ, ਇਹ ਅੰਦੋਲਨ ਜਿਹੜਾ ਹੈ ਇਹ ਲਗਭਗ 5 ਜੂਨ ਨੂੰ ਇਹਨੂੰ 1 ਸਾਲ ਹੋ ਜਾਣਾ ਕਾਲੇ ਕਾਨੂੰਨਾਂ ਆਇਆਂ ਨੂੰ। ਔਰ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ, ਜਦੋਂ ਤੋਂ ਕਾਨੂੰਨ ਆਏ ਨੇ, ਜਦੋਂ ਪਤਾ ਲੱਗਿਆ ਕਿ ਇਹ ਸਾਡੇ ਤੇ ਮਾਰ ਪੈਣ ਲੱਗੀ ਵੱਡੀ, ਤੇ ਸਾਰੇ ਹੀ ਆਗੂਆਂ ਨੇ ਸੰਜੀਦਗੀ ਨਾਲ ਵਿਚਾਰ ਕੀਤਾ ਔਰ ਕੋਹ ਕੀਤੀ। ਫਿਰ ਵੇਖਿਆ ਵੀ ਇਹ ਵੱਡੀ ਮਾਰ ਮਾਰਨਗੇ ਸਾਡੇ ਕਿੱਤੇ ਤੇ, ਆਉਣ ਵਾਲੇ ਸਾਡੇ ਨੌਜਵਾਨਾਂ ਦੇ ਬੱਚਿਆਂ ਦੇ ਭਵਿੱਖ ਤੇ। ਫਿਰ ਅਸੀਂ ਇਹ ਵੀ ਸੋਚਿਆ ਕਿ ਆਮ ਗੱਲ ਰਹਿੰਦੀ ਹੈ ਕਿ ਇਹ ਕਿਉਂ ਨਹੀਂ ਇਕੱਠੇ ਹੋ ਜਾਂਦੇ, ਇਹ ਆਪਣੀ ਆਪਣੀ ਝੋਲੀ ਕਿਉਂ ਚੱਕੀ ਫਿਰਦੇ ਨੇ, ਸ਼ਾਇਦ ਇਹ ਆਪਣੀ ਲੀਡਰੀ ਚਮਕਾਉਂਦੇ ਨੇ, ਤਾਂ ਕਰਕੇ ਇਕੱਲੇ ਇਕੱਲੇ ਤੁਰੇ ਫਿਰਦੇ ਨੇ। ਏਕਤਾ ਕੀਤੀ ਔਰ ਸਾਡੀ 29 ਜੂਨ ਨੂੰ ਚੰਡੀਗੜ੍ਹ ਮੀਟਿੰਗ ਹੋਈ। ਉਦੋਂ ਤੋਂ ਹੀ ਕਾਲ ਕੀਤੀਆਂ, ਜਿਹੜੀਆਂ ਤੁਸੀਂ ਸਾਰੀਆਂ ਬਾਖੂਬੀ ਨਿਭਾਈਆਂ। ਕੋਈ ਮੋਟਰਸਾਈਕਲਾਂ ਦਾ ਮਾਰਚ ਹੋਵੇ, ਚਾਹੇ ਟਰੈਕਟਰਾਂ ਦਾ ਮਾਰਚ ਹੋਵੇ, ਚਾਹੇ ਭਾਰਤ ਬੰਦ ਦਾ ਸੱਦਾ ਹੋਵੇ। ਫਿਰ 1 ਅਕਤੂਬਰ ਨੂੰ ਟ੍ਰੇਨਾਂ ਬੰਦ ਕਰਨੇ ਦਾ ਸੱਦਾ ਦਿੱਤਾ, ਉਹਨੂੰ ਬਾਖੂਬੀ ਨਿਭਾਇਆ। ਉਦੋਂ ਤੋਂ ਹੀ ਅੰਦੋਲਨ ਦੇ ਵਿੱਚ ਆ। ਹੁਣ 7ਵਾਂ ਮਹੀਨਾ ਚੱਲ ਪਿਆ, ਦਿੱਲੀ ਅੰਦੋਲਨ ਚੱਲ ਰਿਹਾ, ਦਿੱਲੀ ਦੇ ਬਾਰਡਰਾਂ ਤੇ। ਔਰ ਮੈਂ ਬੇਨਤੀ ਕਰਾਂ ਕਿ ਮੇਰੇ ਵੀਰੋ, ਇਸ ਅੰਦੋਲਨ ਤੋਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਇਸ ਅੰਦੋਲਨ ਤੋਂ ਹੁਣ ਤੱਕ ਜਿਹੜੀ ਗੱਲ ਚੱਲਦੀ ਹੈ ਕਿ ਇਸ ਅੰਦੋਲਨ ਦੀ ਕੀ ਪ੍ਰਾਪਤੀ ਹੋਈ ਹੈ, ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ। ਉਹ ਮੈਂ ਤੁਹਾਨੂੰ ਦੱਸਾਂਗਾ ਸਾਰੀਆਂ ਤਰਤੀਬ ਦੇ ਵਿੱਚ। ਕਈ ਵਾਰੀ ਸਾਡੇ ਨੌਜਵਾਨ ਕਹਿੰਦੇ ਨੇ ਕਿ ਆਗੂ ਉੱਥੇ ਬੈਠੇ ਨੇ, ਆਗੂ ਕਿਤੇ ਤਾਂ ਪਿਛਲੀ ਇੱਕ ਮੀਟਿੰਗ 'ਚ ਇੱਕ ਨੌਜਵਾਨ ਨੇ ਕਿਹਾ ਕਿ ਇਦਾਂ ਦਾ ਵੀ ਰੌਲਾ ਪੈ ਰਿਹਾ ਕਿ ਆਗੂ ਵਿਕ ਗਏ ਨੇ। ਕਈ ਵਾਰੀ ਇਹ ਕਹਿੰਦੇ ਨੇ ਆਗੂਆਂ ਦੇ ਪੈਰਾਂ ਤੇ ਭਾਰ ਨਹੀਂ, ਕਈ ਕਹਿੰਦੇ ਨੇ ਆਗੂਆਂ ਦੀਆਂ ਲੱਤਾਂ ਕੰਬਦੀਆਂ। ਮੈਂ ਦੱਸਣਾ ਚਾਹੁੰਦਾ ਕਿ ਇੱਕ 26 ਨੂੰ ਮਾਹੌਲ ਬਣਿਆ, ਜਿਹੜਾ 26 ਨੂੰ ਮਾਹੌਲ ਬਣਿਆ ਜਨਵਰੀ ਨੂੰ, ਸਰਕਾਰ ਨੇ ਉਸ ਮਾਹੌਲ ਦੇ ਵਿੱਚ ਇੱਕ ਫਾਇਦਾ ਲੈਣਾ ਚਾਹਿਆ। ਬੇਸ਼ੱਕ ਨੌਜਵਾਨਾਂ ਨੇ ਕੋਈ ਵੱਡੀ ਗਲਤੀ ਨਹੀਂ ਕੀਤੀ, ਸਾਡੀ ਕੌਮ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਦਿੱਤੀਆਂ ਨੇ ਭਾਰਤ ਨੂੰ। ਮੁਗਲਾਂ ਦੇ ਟਾਈਮ ਤੋਂ ਲੈ ਕੇ ਰਾਖੀ ਕੀਤੀ ਭਾਰਤ ਦੇ ਲੋਕਾਂ ਦੀ। 1947 ਚ ਆਜ਼ਾਦੀ ਦਵਾਈ, ਵੱਡੀ ਸ਼ਮੂਲੀਅਤ ਰਹੀ ਹੈ ਸ਼ਹੀਦੀਆਂ ਦੇ ਵਿੱਚ ਸਾਡੇ ਲੋਕਾਂ ਦੀ, ਸਾਡੀ ਕੌਮ ਦੀ। ਤੇ ਜੇ ਕਿਤੇ ਸਾਡਾ ਸਿੰਬਲ ਲਹਿਰਾਇਆ ਗਿਆ ਤੇ ਉਹ ਕੋਈ ਵੱਡੀ ਗੱਲ ਨਹੀਂ ਸੀ। ਪਰ ਫਿਰ ਵੀ ਇਹ ਸਰਕਾਰ ਨੇ ਅੰਦੋਲਨ ਨੂੰ ਕਮਜ਼ੋਰ ਕਰਨੇ ਲਈ, ਅੰਦੋਲਨ ਨੂੰ ਬਦਨਾਮ ਕਰਨੇ ਲਈ ਇਹ ਗੱਲ ਕੀਤੀ ਕਿ ਜੀ ਤਿਰੰਗੇ ਦਾ ਅਪਮਾਨ ਹੋਇਆ, ਇੱਕ ਵਿਸ਼ੇਸ਼ ਫਿਰਕੇ ਦਾ ਆਪਣਾ ਸਿੰਬਲ ਲਹਿਰਾ ਦਿੱਤਾ ਗਿਆ। ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਨੇ ਇਸ ਗੱਲ ਨੂੰ ਬੜਾ ਹਾਈਲਾਈਟ ਕੀਤਾ ਤਾਂ ਕਿ ਅੰਦੋਲਨ ਕਮਜ਼ੋਰ ਹੋ ਜਾਵੇ, ਵੱਡੀਆਂ ਸਾਜ਼ਿਸ਼ਾਂ ਰਚੀਆਂ। ਪਰ ਮੈਂ ਦੱਸਣਾ ਚਾਹਾਂਗਾ, ਮੈਂ ਬਹੁਤ ਵਾਰੀ ਸਟੇਜ ਤੋਂ ਕਿਹਾ ਕਿ ਇਸ ਅੰਦੋਲਨ ਦੇ ਵਿੱਚ ਉਸ ਅਕਾਲ ਪੁਰਖ ਦੀ ਕਲਾ ਵਰਤ ਰਹੀ ਹੈ। ਗਵਰਨਮੈਂਟ ਨੇ ਪਹਿਲਾਂ ਕਿਹਾ ਖਾਲਿਸਤਾਨੀ ਨੇ, ਫਿਰ ਗਵਰਨਮੈਂਟ ਨੇ ਕਿਹਾ ਨਕਸਲਵਾਦੀ ਨੇ, ਫਿਰ ਗਵਰਨਮੈਂਟ ਨੇ ਕਿਹਾ ਇਹਨਾਂ ਨੂੰ ਫੰਡਾਂ ਦਾ ਚੀਨ ਤੇ ਪਾਕਿਸਤਾਨ ਤੋਂ। ਪਰ ਸਾਰੀਆਂ ਸਾਜ਼ਿਸ਼ਾਂ 'ਚ ਫੇਲ ਹੋ ਗਏ। ਇਸੇ ਤਰ੍ਹਾਂ 26 ਨੂੰ ਸਾਜ਼ਿਸ਼ ਰਚੀ ਕਿ ਨੌਜਵਾਨ ਗੁੱਸੇ 'ਚ ਆਏ, ਅੰਦਰ ਚਲ ਗਏ, ਤਾਂ ਹੁਣ ਇਹਦਾ ਰੌਲਾ ਪਾ ਦਈਏ ਤਿਰੰਗੇ ਦਾ ਅਪਮਾਨ ਹੋ ਗਿਆ, ਤਿਰੰਗੇ ਦਾ ਅਪਮਾਨ ਹੋ ਗਿਆ।
ਮੈਂ ਕਹਾਂਗਾ ਇਹ ਤੁਹਾਡੀ ਜਿੱਤ ਹੈ ਕਿ ਅੰਦੋਲਨ ਜਿਹੜਾ ਉੱਥੇ ਟਿਕਿਆ ਰਿਹਾ। ਮੈਂ ਇਹ ਕਹਾਂਗਾ ਜਿਹੜੇ ਕਹਿੰਦੇ ਨੇ ਕਿ ਆਗੂ ਪੈਰਾਂ ਤੇ ਭਾਰ ਨਹੀਂ ਦਿੰਦੇ, ਮੈਂ ਦੱਸਣਾ ਚਾਹੁੰਦਾ ਕੁਝ ਲੋਕ ਸਾਡੇ ਗਏ ਹੀ 2 ਦਿਨ ਲਈ ਸਨ, 26 ਦੇ ਪ੍ਰੋਗਰਾਮ ਲਈ ਉਹਨੇ ਆਉਣਾ ਹੀ ਸੀ ਵਾਪਸ, ਕੁਝ ਗੁੱਸੇ ਚ ਆਏ ਨੌਜਵਾਨ ਵਾਪਸ ਆ ਗਏ। ਪਰ ਮੈਂ ਤੁਹਾਨੂੰ ਦੱਸਾਂਗਾ 32 ਦੇ 32 ਉੱਥੇ ਰਹੇ, ਇੱਕ ਨਹੀਂ ਵਾਪਸ ਆਇਆ। 32 ਦੇ 32 ਰਹੇ। ਜੋ 27 28 29 ਦਾ ਮਾਹੌਲ ਬਣਿਆ ਉਹਦਾ ਸਾਹਮਣਾ ਕੀਤਾ 32 ਨੇ। ਫਿਰ ਆਪਾਂ ਕਿਵੇਂ ਕਹਿ ਦੇਵਾਂਗੇ ਕਿ ਉਹ ਲੱਤਾਂ ਦੇ ਭਾਰ ਨਹੀਂ ਦਿੰਦੇ? ਕਿਵੇਂ ਕਹਿ ਦੇਵਾਂਗੇ ਕਿ ਉਹ ਬੇਗੇ ਨੇ? ਉਹ ਖੜੇ ਰਹੇ, ਅੱਜ ਵੀ ਡਟੇ ਨੇ 32 ਦੇ 32, ਕੋਈ ਪਿੱਛੇ ਨਹੀਂ ਹਟਿਆ, ਨਾ ਹਟਣ ਦੇਵਾਂਗੇ ਨਾ ਹਟਣਗੇ। ਮੈਂ 32 ਚੋਂ ਪਾਰਟ ਹੈ, ਵਿੱਚ ਬਹਿਣਾ। ਇਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕੋਈ ਆਗੂ ਵੀ ਪਿੱਛੇ ਹਟ ਜਾਏਗਾ। ਪਹਿਲੀ ਗੱਲ ਤਾਂ ਇਹ ਹੈ। ਤੇ ਪ੍ਰਾਪਤੀਆਂ ਦੀ ਗੱਲ ਮੈਂ ਕਰਦਾ ਸੀ, ਤੁਹਾਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਚੋਂ। ਇਹ ਜਿਹੜੀ ਗੱਲ ਕਹਿ ਦਿੰਦੇ ਨੇ ਕਿ ਅੰਦੋਲਨ ਚੋਂ 6 ਮਹੀਨੇ 7 ਮਹੀਨੇ ਹੋ ਗਏ ਦਿੱਲੀ ਬੈਠਿਆਂ, ਤੇ ਕੀ ਪ੍ਰਾਪਤ ਕੀਤਾ? ਸਭ ਤੋਂ ਵੱਡੀ ਪ੍ਰਾਪਤੀ ਪਹਿਲੀ ਮੈਂ ਕਹਿੰਦਾ ਹੁੰਦਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ, ਉਹ ਚ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਵੇਖ ਲਿਓ, ਸਾਰੀਆਂ ਹੀ ਉਹ ਚ ਝਾੜੂ ਵਾਲੇ ਹੋ ਗਏ, ਉਹ ਚ ਬੀਜੇਪੀ ਵਾਲੇ ਹੋ ਗਏ, ਉਹ ਚ ਕਾਂਗਰਸ ਵਾਲੇ ਹੋ ਗਏ, ਤੇ ਹੁਣ ਅਕਾਲੀ। ਪਹਿਲਾਂ ਅਕਾਲੀਆਂ ਦੇ ਟਾਈਮ ਰੌਲਾ ਪਾਉਂਦੇ ਸੀ, ਕਹਿੰਦੇ ਸੀ ਕਿੱਥੇ ਨਸ਼ਾ, ਹੁਣ ਕਹਿੰਦੇ ਆ ਕੈਪਟਨ ਕਹਿੰਦਾ ਨਸ਼ਾ ਬੰਦ ਕਰ ਦੂੰ, ਬੰਦ ਹੋ ਗਿਆ। ਇਹਦਾ ਮਤਲਬ ਸੀਗਾ ਨਸ਼ਾ। ਤੇ ਸਾਰਿਆਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਕਿ 70% ਨਸ਼ਾੜੀ ਨੇ, 70% ਨਸ਼ਾੜੀ ਨੇ, ਪੰਜਾਬ ਦਾ ਖੂਨ ਚਿੱਟਾ ਹੋ ਗਿਆ। ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨਾਂ ਨੇ ਉਹ ਦੱਸ ਦਿੱਤੀ, ਉਦਣ ਬਾਰਡਰ ਤੋੜ ਕੇ ਗੱਲ ਇਹ ਕਰਤੀ ਕਲੀਅਰ ਕਿ ਪੰਜਾਬ ਦੇ ਨੌਜਵਾਨਾਂ ਦਾ ਖੂਨ ਚਿੱਟਾ ਨਹੀਂ, ਲਾਲੀ ਹੈ ਖੂਨ ਚ, ਹਾਲੇ ਪੂਰੀ ਲਾਲੀ ਹੈ ਤੇ ਗਰਮੀ ਹੈ। ਬੜੇ ਬੜੇ ਬਾਰਡਰ ਲਾਏ, ਬੈਰੀਕੇਡ ਲਾਏ, ਤੋੜ ਕੇ ਗਏ ਨੇ। ਮੈਂ ਇਸ ਗੱਲ ਦਾ ਗਵਾਹ ਹਾਂ। ਜਿਹੜੇ ਨੌਜਵਾਨ ਕਈ ਵਾਰੀ ਇਦਾਂ ਦੀ ਗੱਲ ਤੇ ਮਗਰ ਵੀ ਲੱਗ ਜਾਂਦੇ ਨੇ ਭਈ ਭਾਈ 32 ਤਾਂ ਉੱਥੇ ਹੀ ਬਹਿ ਗਏ ਸਨ ਸ਼ੰਭੂ ਤੋਂ ਪਿੱਛੇ। ਮੈਂ ਦੱਸਣਾ ਚਾਹੁੰਦਾ ਕਿ ਤੁਹਾਡੀ ਜਥੇਬੰਦੀ ਨੇ ਉਹ ਬੈਰੀਕੇਡ ਤੋੜੇ ਨੇ। ਬਰਾਮ ਸਰਕਲ ਸੀ ਆਪਣਾ, ਉਹਨਾਂ ਦੀਆਂ ਟਰਾਲੀਆਂ ਅੱਗੇ ਸਨ, ਨਾਲ ਉਹਨਾਂ ਦੇ ਸਾਡੇ ਸਾਰੀ ਵਾਲੇ, ਸਾਡੇ ਟੱਕੋ ਵਾਲੇ ਗੁਰਸਰਦਾਰ ਗੁਰਮੁਖ ਸਿੰਘ ਜੀ ਇਹ ਨਾਲ ਸਨ, ਮਨਜੀਤ ਭਾਜੀ ਹੁਣੀ ਨਾਲ, ਸਾਰੇ ਕਿਉਂਕਿ ਇੱਥੋਂ ਇਕੱਠਾ ਹੀ ਸਾਡਾ ਸਰਕਲ ਗਿਆ ਸੀ, ਇਕੱਠੀਆਂ ਟਰਾਲੀਆਂ ਸਨ। ਔਰ ਜਦੋਂ ਉਹ ਤੋੜਿਆ ਸ਼ੰਭੂ ਬਾਰਡਰ, ਇਹ ਸਾਰੇ ਨਾਲ ਸਨ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਚੈੱਕ ਕਰ ਲਿਓ 26 ਦੀਆਂ ਮੂਵੀਆਂ ਕਢਾ ਕੇ ਕਿ ਸ਼ੰਭੂ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਮਨਜੀਤ ਸਿੰਘ ਰਾਏ ਮੋਝੇ ਸ਼ਾਮਲ ਸੀਗਾ ਕਿ ਨਹੀਂ ਸੀਗਾ। ਉੱਥੇ ਸਿੰਘੂ ਤੇ ਜਾ ਕੇ ਚੇਨ ਬਣਾ ਕੇ ਰੋਕਿਆ ਜਦੋਂ ਨੌਜਵਾਨ ਕਹਿੰਦੇ ਦਿੱਲੀ ਜਾਣਾ ਹੈ, ਦਿੱਲੀ ਜਾਣਾ ਹੈ। ਉਹ ਮੈਂ ਕਿਹਾ ਵੀਰੋ ਹੁਣ ਦਿੱਲੀ ਦੀ ਹਿੱਕ ਤੇ ਚੜ ਗਏ ਆਪਾਂ, ਦਿੱਲੀ ਦੀ ਧੌਣ ਦੱਬ ਲਈ, ਹੁਣ ਕਿੱਥੇ ਜਾਣਾ ਹੈ? ਬਹਿ ਜਾਓ ਇੱਥੇ। ਚੇਨ ਬਣਾ ਕੇ ਰੋਕੇ, ਨਹੀਂ ਸੀ ਹਟਦੇ ਨੌਜਵਾਨ। ਮੁੰਡਿਆਂ ਨੂੰ ਕਿਹਾ ਜਿਹੜੇ ਸਿਆਣੇ ਸਨ, ਚੇਨ ਬਣਾਓ। 2 ਘੰਟੇ ਬਿਨਾਂ ਸਪੀਕਰ ਤੋਂ ਸਟੇਜ ਚਲਾਈ। ਜਿਹੜੀ ਟਰਾਲੀ ਗੁਰਦੀਪ ਸਿੰਘ ਵਾਲੀ ਲੱਗੀ ਸੀ ਜਾ ਕੇ, ਉਹ 2 ਘੰਟੇ ਬਾਅਦ ਪਹੁੰਚੀ ਸੀ, ਕਿਉਂਕਿ ਪਹਿਲਾਂ ਤੇ ਉਹ ਅੱਗੇ ਸਨ। ਫਿਰ ਜਦੋਂ ਰਾਤ ਨੂੰ ਰੁਕੇ ਆ ਪਾਣੀਪਤ, ਉਸ ਤੋਂ ਬਾਅਦ ਪਿੱਛੇ ਰਹਿ ਗਏ ਸੀ, ਕਿਉਂਕਿ ਕਈ ਨੌਜਵਾਨ ਰਾਤ ਨੂੰ ਹੀ ਨਿਕਲ ਗਏ ਸਨ। ਸੋ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ 32 ਦੇ ਵਿੱਚੋਂ ਉੱਥੇ ਸਾਰੇ ਬਾਰਡਰ ਤੜਾਏ ਨੇ ਮੋਹਰੇ ਹੋ ਕੇ। ਇੱਕ ਜਗ੍ਹਾ ਦਾ ਵਾਕਿਆ ਤੁਹਾਨੂੰ ਦੱਸਦਾ ਕਿ ਪੂਰਾ ਰੋਕਿਆ ਹੋਇਆ ਸੀ, ਸਰਵਿਸ ਰੋਡ ਖਾਲੀ ਸੀ ਥੱਲਿਓਂ ਦੀ, ਇੱਕ ਆਊਟ ਆਫ ਦਾ ਵੇ ਦੂਸਰੀ ਸਾਈਡ ਤੋਂ। ਤੇ ਅਸੀਂ ਸੋਚਿਆ ਕਿ ਇੱਧਰ ਦੀ ਟਰਾਲੀਆਂ ਪਾ ਕੱਢ ਲਓ। ਜਦੋਂ ਉੱਧਰ ਦੀ ਟਰਾਲੀਆਂ ਕੱਢਣ ਲੱਗੇ ਤਾਂ ਉੱਥੇ AIG ਖੜੀ ਸੀ, ਸਾਡੀ ਭੈਣ ਉੱਥੇ ਦੀ, ਹਰਿਆਣੇ ਦੀ ਸੀ। ਉਹ ਕਹਿੰਦੀ ਮੈਂ ਵੀ ਕਿਸਾਨਾਂ ਦੀ ਧੀ ਹਾਂ। ਉਹ ਉੱਥੇ ਖੜੀ ਸੀ। ਉਹਨਾਂ ਨੇ ਚੱਕ ਕੇ ਹੈਡਰੇ ਦੇ ਨਾਲ ਪੱਥਰ ਰੱਖਣੇ ਚਾਹੇ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਕਿਹਾ ਨਹੀਂ ਤੁਸੀਂ ਟਰਾਲੀਆਂ ਕੋ ਭੇਜੋ ਆਪਣੇ ਕਿਸਾਨਾਂ ਨੂੰ, ਕੋਈ ਨਹੀਂ। ਉਹਨੇ ਵੈਸੇ ਟੀਅਰ ਗੈਸ ਤਾਂ ਸਾਈਡ ਨੂੰ ਛੱਡਤੀ, ਪਰ ਉਹ ਹੈਡਰੇ ਨਾਲ ਪੱਥਰ ਚੱਕ ਕੇ ਲੈ ਆਏ। ਮੈਂ ਸਾਰੇ ਸਾਥੀਆਂ ਨੂੰ ਭੇਜਤਾ ਟਰਾਲੀਆਂ ਲੈ ਕੇ ਆਓ। ਤੇ ਭੈਣ ਸਾਡੀ ਕਹਿੰਦੀ ਨਗਾ ਲਓ। ਜਦੋਂ ਉਹ ਪੱਥਰ ਰੱਖਣੇ ਸ਼ੁਰੂ ਕਰਨ ਲੱਗੇ ਤਾਂ ਪੱਥਰ ਉੱਪਰ ਸੀ, ਮੈਂ ਥੱਲੇ ਲਿਟ ਗਿਆ। ਮੈਂ ਕਿਹਾ ਨਹੀਂ ਮੇਰੀ ਛਾਤੀ ਤੇ ਰੱਖ ਦਿਓ। ਤੇ ਮੁੰਡਿਆਂ ਨੇ ਕਿਹਾ ਜੀ ਬੈਲਟਾਂ ਟੁੱਟ ਜਾਣਗੀਆਂ। ਮੈਂ ਕਿਹਾ ਕੋਈ ਨਹੀਂ, ਕੌਮ ਦੇ ਲੇਖੇ ਲੱਗ ਜਾਣਗੇ ਇੱਥੇ ਹੀ, ਕੋਈ ਪਰਵਾਹ ਨਹੀਂ। ਫਿਰ ਕਿੱਦਾਂ ਕਹਿ ਸਕਦੇ ਆ ਕਿ 32 ਨਹੀਂ ਸਨ, 32 ਪਿੱਛੇ ਬਹਿ ਗਏ ਸਨ। 32 ਦਾ ਪਾਰਟ, 32 ਚੋਂ ਇੱਕ ਚਲਾ ਗਿਆ, ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਚਲ ਗਿਆ, ਤੁਸੀਂ ਸਾਰੇ ਹੀ ਚਲ ਗਏ, ਸਾਰੇ ਹੀ ਹਾਜ਼ਰ ਹੋ ਗਏ। ਇਹ ਗੱਲ ਨਹੀਂ ਕਹੀ ਜਾ ਸਕਦੀ ਕਿ 32 ਪਿੱਛੇ ਬੈਠੇ ਸਨ। ਸੋ ਇਸ ਕਰਕੇ ਮੈਂ ਕਹਾਂਗਾ ਇਹ ਪ੍ਰਾਪਤੀ ਹੈ ਕਿ ਜਿਹੜਾ ਖੂਨ ਦਾ ਧੱਬਾ ਆਪਣੇ ਤੇ ਲਾਇਆ, ਨਸ਼ੇ ਦਾ ਧੱਬਾ ਲਾਇਆ, ਉਹ ਤੁਸੀਂ ਸਾਫ਼ ਕਰਤਾ ਨੌਜਵਾਨਾਂ ਨੇ ਬੈਰੀਕੇਡ ਤੋੜ ਕੇ। 70% ਨਸ਼ੇੜੀ ਨੇ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਕਿ ਨਹੀਂ 70% ਨਸ਼ੇੜੀ ਨਹੀਂ। ਠੀਕ ਹੈ, ਅਸੀਂ ਮੁੱਕਰਦੇ ਨਹੀਂ, ਕਿਤੇ 5-10% ਹੁੰਦੇ ਨੇ ਨਸ਼ਾ ਛਕਣ ਵਾਲੇ,
ਤੇ ਉਹ ਤਾਂ ਪਹਿਲਾਂ ਵੀ ਸਾਡੇ ਬਜ਼ੁਰਗ ਕਿਤੇ ਪੋਸਟ ਅਫੀਮ ਵਗੈਰਾ ਲੈ ਲਿਆ ਕਰਦੇ ਸਨ, ਨਸ਼ਾ ਜ਼ਰੂਰ ਬਦਲ ਗਿਆ। ਹੁਣ ਕਾਰਨ ਕੀ ਹੋਇਆ? ਅੱਗੇ ਬਜ਼ੁਰਗ ਨਸ਼ਾ ਕਰਦੇ ਸਨ, ਕਹੀ ਚੱਕ ਕੇ ਖੇਤਾਂ ਨੂੰ ਚਲ ਜਾਂਦੇ ਸਨ। ਹੁਣ ਫਰਕ ਇਹ ਪੈ ਗਿਆ ਕਿ ਉਹ ਚਿੱਟਾ ਜਿਹੜਾ ਪੀਂਦੇ ਨੇ 5-7%, ਉਹ ਮੋਟਰਸਾਈਕਲ ਤੇ ਚੜ ਜਾਂਦੇ ਨੇ, ਫਿਰ ਗੁੱਗੀ ਨੱਪ ਦਿੰਦੇ ਨੇ, ਫਿਰ ਜਾ ਸੜਕ ਤੇ ਇੱਧਰ ਦੀ ਉੱਧਰ ਘੁੰਮਦੇ ਨੇ, ਉਹੀ ਨਜ਼ਰ ਆਉਂਦੇ ਨੇ ਘੁੰਮਦੇ ਪਏ, ਚਿੱਟੇ ਵਾਲੇ ਘੁੰਮ ਰਹੇ, ਚਿੱਟੇ ਵਾਲੇ ਘੁੰਮ ਰਹੇ। ਜਿਹੜੇ ਨੌਜਵਾਨ ਅੱਜ ਖੇਤਾਂ 'ਚ ਕੰਮ ਕਰਦੇ ਨੇ ਸਾਰੇ ਕਿਤੇ ਉਹ ਨਸ਼ੇ ਵਾਲੇ ਨੇ। ਇਹ ਦਾਗ ਤੁਸੀਂ ਲਾਇਆ, ਨਸ਼ੇ ਦਾ ਇਸ ਅੰਦੋਲਨ ਨੇ ਦਾਗ ਲਾਇਆ ਪੰਜਾਬ ਸਿਰੋਂ। ਨਹੀਂ ਤਾਂ ਉੜਤਾ ਪੰਜਾਬ ਫਿਲਮ ਬਣਾਤੀ, ਪੂਰੇ ਵਰਲਡ 'ਚ ਬਦਨਾਮ ਕਰਤਾ, ਪੰਜਾਬ ਦਾ ਸਿਰ ਨੀਵਾ ਕਰਤਾ ਸੀ, ਅੱਜ ਉਹ ਸਿਰ ਉੱਚਾ ਕਰਤਾ ਤੁਸੀਂ ਮੁੜ ਕੇ। ਫਿਰ ਇਸ ਅੰਦੋਲਨ ਨੇ ਕੀਤਾ। ਤੁਹਾਡੀ ਇਹ ਪ੍ਰਾਪਤੀ ਹੈ, ਜਿੱਤ ਹੈ। ਦੂਜੀ ਪ੍ਰਾਪਤੀ, ਜਿਹੜੇ ਕਈ ਮੁਲਕਾਂ 'ਚ ਸਾਨੂੰ ਨਹੀਂ ਸੀ ਜਾਣਦੇ, ਮੈਂ ਉਦਾਹਰਨ ਦਿੰਦਾ ਹੁੰਨਾ ਕਿਉਂਕਿ ਮੇਰੇ ਨਾਲ ਇਹ ਵਾਪਰੀ ਹੈ। ਮੇਰਾ ਬੇਟਾ ਗਿਆ ਪੜ੍ਹਨ ਵਾਸਤੇ ਕੈਨੇਡਾ, ਤੇ ਉਹ ਪਹਿਲਾਂ ਟੋਰਾਂਟੋ ਦੇ ਲਾਗੇ ਸੀ ਕਾਲਜ ਨਿਆਗਰਾ, ਜਿੱਥੇ ਨਿਆਗਰਾ ਫਾਲ ਹੈ, ਉੱਥੇ ਨਿਆਗਰਾ ਕਾਲਜ ਪੜ੍ਹਦਾ ਸੀ। ਜਦੋਂ ਸਟੱਡੀ ਪੂਰੀ ਹੋ ਗਈ ਉਹ ਦੂਸਰੀ ਸਟੇਟ ਚਲ ਗਏ, ਨੋਵਾ ਸਕੋਸ਼ੀਆ। ਉੱਥੇ ਜਦੋਂ ਗਏ ਤਾਂ ਉੱਥੇ ਦੇ ਜਿਹੜੇ ਗੋਰੇ ਸਨ ਉਹ ਕਹਿੰਦੇ ਤੁਸੀਂ ਪਾਕੀ ਹੋ, ਕਿਉਂਕਿ ਗੋਰੇ ਵੀ ਦਸਤਾਰ ਸਜਾਉਂਦੇ ਨੇ, ਉਹ ਦੂਸਰੀ ਤਰ੍ਹਾਂ ਸਜਾਉਂਦੇ ਨੇ, ਤੇ ਉਹ ਵੀ ਦਾੜੀ ਮੁੱਛ ਰੱਖਦੇ ਨੇ, ਸਰੂਪ ਉਹੋ ਜਿਹਾ ਸਾਡੇ ਵਰਗਾ। ਤੇ ਉਹ ਕਹਿੰਦੇ ਤੁਸੀਂ ਪਾਕੀ ਹੋ? ਉਹ ਕਹਿੰਦੇ ਨਹੀਂ, ਅਸੀਂ ਪੰਜਾਬ ਤੋਂ ਆ। ਉਹ ਕਹਿੰਦੇ ਪੰਜਾਬ ਕਿੱਥੇ ਹੈ? ਕਹਿੰਦੇ ਇੰਡੀਆ 'ਚ ਹੈ। ਉਹਨੇ ਫਿਰ ਸਮਝਾਇਆ, ਕਹਿੰਦਾ ਮੈਂ ਗੋਰੇ ਨੂੰ ਵੀ ਜਿਹੜਾ ਤੁਹਾਡਾ ਰੱਖਿਆ ਮੰਤਰੀ ਹੈ ਉਹ ਸਾਡੇ ਪੰਜਾਬ ਦਾ ਹੈ, ਅਸੀਂ ਉਹਨਾਂ ਦੇ ਸਟੇਟ 'ਚੋਂ। ਪਰ ਅੱਜ ਇਸ ਅੰਦੋਲਨ ਨੇ ਪੂਰੇ ਵਰਲਡ ਨੂੰ ਵਿਖਾ ਦਿੱਤਾ ਕਿ ਇੱਕ ਇਹੋ ਜਿਹੀ ਕੌਮ ਹੈ ਜਿਹੜੀ ਲੜਨਾ ਵੀ ਜਾਣਦੀ ਹੈ, ਬੜੀਆਂ ਦੀਵਾਰਾਂ ਤੋੜਨੀਆਂ ਵੀ ਜਾਣਦੀ ਹੈ, ਤੇ ਠਰਮੇ ਨਾਲ ਸਹਿਜਤਾ ਨਾਲ ਬਹਿਣਾ ਵੀ ਜਾਣਦੀ ਹੈ। ਇਹਨਾਂ ਕੋਲ ਸਹਿਜਤਾ ਵੀ ਹੈ, ਸੰਤ ਵੀ ਨੇ ਤੇ ਫਿਰ ਸਿਪਾਹੀ ਵੀ ਨੇ। ਇਹ ਤੁਹਾਡੀ ਕੌਮ ਦਾ ਸਿਰ ਉੱਚਾ ਹੋਇਆ ਇਸ ਅੰਦੋਲਨ 'ਚ। ਇਹ ਜਿੱਤ ਨਹੀਂ ਕਿਤੇ, ਇਹ ਜਿੱਤ ਹੈ ਵੱਡੀ ਸਭ ਤੋਂ। ਅੱਜ ਪੂਰੇ ਵਰਲਡ 'ਚ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਇਸ ਅੰਦੋਲਨ ਨੇ ਕੀਤਾ। ਮੈਂ ਗਿਆ ਬਾਹਰਲੀਆਂ ਸਟੇਟਾਂ 'ਚ, ਬੰਗਾਲ ਗਿਆ, ਉੜੀਸਾ ਗਿਆ, ਰਾਜਸਥਾਨ ਗਿਆ, ਯੂਪੀ 'ਚ ਗਿਆ, ਹਰਿਆਣੇ 'ਚ ਗਿਆ। ਜਿੱਥੇ ਜਾਂਦੇ ਸਾਂ, ਪਹਿਲਾਂ ਜਾਂਦਿਆਂ ਜਦੋਂ ਉੱਥੇ ਮਿਲਦੇ ਨੇ ਲੋਕ, ਤਾਂ ਉਹ ਕਹਿੰਦੇ ਨੇ ਅਸੀਂ ਸਲੂਟ ਕਰਦੇ ਤੁਹਾਨੂੰ, ਪੰਜਾਬ ਵਾਲਿਆਂ ਨੂੰ ਸਲੂਟ ਕਰਦੇ, ਸਿੱਖ ਕੌਮ ਨੂੰ। ਇਸ ਤਾਨਾਸ਼ਾਹ ਦੇ ਅੱਗੇ, ਇਸ ਜਾਬਰ ਸਰਕਾਰ ਦੇ ਅੱਗੇ ਕੋਈ ਖੜਾ ਹੋਇਆ ਤੇ ਪੰਜਾਬ ਵਾਲੇ ਆ ਕੇ ਖੜੇ ਹੋਏ। ਹੌਸਲੇ ਬੁਲੰਦ ਨੇ। ਅੱਜ ਉਹ ਕੌਮਾਂ ਵੀ ਤੁਹਾਡੇ ਨਾਲ ਉੱਥੇ ਬੈਠੀਆਂ ਨੇ ਜਿਨ੍ਹਾਂ ਨਾਲ ਧੱਕੇ ਹੋਏ ਨੇ। ਮੁਸਲਿਮ ਭਾਈਚਾਰੇ ਨੇ ਉੱਥੇ ਲੰਗਰ ਲਾਏ ਹੋਏ ਨੇ। ਅੱਜ ਹਿੰਦੂ ਭਾਈਚਾਰਾ ਤੁਹਾਡੇ ਨਾਲ ਕੰਧੇ ਨਾਲ ਕੰਧਾ ਲਾ ਕੇ ਬੈਠਾ ਹੈ। ਹਰਿਆਣਾ ਸਾਰਾ, ਵੱਧ ਤੋਂ ਜ਼ਿਆਦਾ ਉੱਥੇ ਹਰਿਆਣੇ ਦੇ ਵਿੱਚ ਹਿੰਦੂ ਭਾਈ ਨੇ। ਆ ਜੋ ਬਾਦਲ ਕੇ ਨੇ, ਜੋ ਕੈਪਟਨ ਹੈ, ਜਾਂ ਉੱਥੇ ਚੌਟਾਲਾ ਸੀ, ਹੁੱਡਾ ਸੀ, ਜਦੋਂ ਇਲੈਕਸ਼ਨ ਆਉਂਦੀ SYL ਨਹਿਰ ਦਾ ਮੁੱਦਾ ਲਾ ਕੇ ਬਹਿ ਜਾਂਦੇ। ਇਸ ਅੰਦੋਲਨ 'ਚ ਬੀਜੇਪੀ ਨੇ ਸ਼ੁਰੂ ਕਰਨਾ ਚਾਹਿਆ, ਹਰਿਆਣੇ ਦੇ ਲੋਕਾਂ ਨੇ ਕਿਹਾ ਖਬਰਦਾਰ ਕਿਸੇ ਨੇ ਨਾ ਲਿਆ। ਪੰਜਾਬ ਸਾਡਾ ਬੜਾ ਭਾਈ ਆ, ਅਸੀਂ ਉਹਦੇ ਨਾਲ ਰਲ ਕੇ ਅੰਦੋਲਨ ਲੜ ਰਹੇ ਹਾਂ। ਜਿਹੜੀ ਪਾਣੀ ਦੀ ਸਮੱਸਿਆ, ਸਾਡੇ ਘਰ ਦੀ ਸਮੱਸਿਆ, ਅਸੀਂ ਬੈਠ ਕੇ ਨਜਿੱਠ ਲਾਂਗੇ। ਕੀ ਇਹ ਜਿੱਤ ਨਹੀਂ ਆਪਣੀ ਵੱਡੀ ਪ੍ਰਾਪਤੀ ਹੈ? ਇਸ ਅੰਦੋਲਨ ਦੀ ਪ੍ਰਾਪਤੀ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਚਾਰੋਂ ਭਾਈ ਇਹ ਨਾਰਾ ਮੁੜ ਕੇ ਤੁਸੀਂ ਸੰਜੀਦਾ ਕਰਤਾ, ਉਜਾਗਰ ਕਰਤਾ। ਇਹ ਜਿੱਤ ਨਹੀਂ। ਅੱਜ ਆਪਣੀ ਕੌਮ ਦਾ ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਸਟੇਜਾਂ ਤੋਂ। ਆਪਣੇ ਇਤਿਹਾਸ ਨੂੰ ਨਵਾਂ ਕਰ ਵਿਖਾਇਆ ਤੁਸੀਂ। ਕੀ ਇਹ ਸਾਡੀ ਜਿੱਤ ਨਹੀਂ? ਇਹ ਜਿੱਤਾਂ ਨੇ ਸਾਡੀਆਂ। ਔਰ ਸਭ ਤੋਂ ਵੱਡੀ ਮੈਂ ਜਿੱਤ ਕਹਿਣਾ ਹੁੰਦਾ ਕਿ ਕਬਜ਼ਾਕਾਰ ਹਮੇਸ਼ਾ ਜਿੱਤ 'ਚ ਹੁੰਦਾ ਹੈ। ਅਸੀਂ ਕਿਸੇ ਭਾਈ ਦਾ ਖੇਤ ਦੱਬ ਲਈਏ ਜਾਂ ਖੇਤ ਨੂੰ ਜਾਂਦਾ ਰਸਤਾ ਦੱਬ ਲਈਏ, ਕਬਜ਼ਾ ਕਰ ਲਈਏ, ਤੇ ਜਿਹਨੇ ਕਬਜ਼ਾ ਕੀਤਾ ਹੋਵੇ, ਕਬਜ਼ਾਕਾਰ ਜਿਹੜਾ ਹੁੰਦਾ ਹੈ, ਉਹ ਜਿੱਤ 'ਚ ਹੁੰਦਾ ਹੈ। ਆਪਾਂ 6 ਨੈਸ਼ਨਲ ਹਾਈਵੇ ਦੱਬ ਕੇ ਬੈਠੇ ਆ। ਔਰ ਕਿਹਦੇ ਦੱਬ ਕੇ ਬੈਠੇ ਆ? ਜਿਹੜੀ 56 ਇੰਚ ਦੀ ਛਾਤੀ ਵਾਲੀ ਸਰਕਾਰ ਹੈ। ਕਹਿੰਦੇ 56 ਇੰਚ ਦੀ ਛਾਤੀ ਹੈ ਉਹਦੀ, ਉਹਨੂੰ ਚੈਲੰਜ ਕਰ ਰੋਜ਼ ਏਦਾਂ ਵੀ ਆ ਜਾਓ ਮੋਦੀ, ਜੇ ਜ਼ਰੂਰਤ ਹੈ ਤਾਂ ਖਾਲੀ ਕਰਵਾ ਕੇ ਵਿਖਾ, ਆ ਜਾ, ਲਾ ਅੱਡਾ ਲਾਉਣਾ। ਤੇ ਕੀ ਜਿੱਤ ਨਹੀਂ? ਉਹ ਜਿਹੜਾ 56 ਇੰਚ ਦੀ ਛਾਤੀ ਵਾਲਾ ਸੀ, ਉਹਨੂੰ ਮਿਆਉਂ ਕਰਕੇ ਬਿਠਾਤਾ ਤੁਸੀਂ। ਉਹ ਕੁਸਕਦਾ ਨਹੀਂ। 7 ਸਾਲ ਨਹੀਂ ਉਹ ਕਿਸੇ ਪਾਸੇ ਗਿਆ ਸੀ ਸਾਡੇ ਕਿਸੇ ਧਾਰਮਿਕ ਸਥਾਨਾਂ ਤੇ। ਇਸ ਅੰਦੋਲਨ 'ਚ 2 ਵਾਰੀ ਗੁਰੂ ਘਰ ਗਿਆ, ਉਹਨੂੰ ਮਿਆਉਂ ਕਰਾਤਾ ਕਿ ਨਹੀਂ? ਮੈਂ ਪਰਸੋਂ ਜਾਂ ਸਟੇਜ ਤੋਂ ਕਿਹਾ ਸੀ, ਅੱਧੇ ਕੁ ਸਰੂਪ 'ਚ ਵੀ ਲੈ ਆਏ ਉਹਨੂੰ, ਦਾੜੀ ਵੱਡੀ ਹੋ ਗਈ ਉਹਦੀ। ਥੋੜਾ ਚਿਰ ਰੁਕੋ, ਉਹਨੂੰ ਆਪਣੇ ਸਰੂਪ 'ਚ ਵੀ ਲੈ ਆਵਾਂਗੇ। ਇਹ ਅੰਦੋਲਨ ਦੀਆਂ ਜਿੱਤਾਂ ਨੇ। ਅੱਜ ਹਿੰਦੂ ਭਰਾ ਕਹਿੰਦੇ ਨੇ, ਇੱਕ ਹਿੰਦੂ ਭਾਈ ਨੇ ਬੋਲਿਆ ਪਹਿਲਾਂ ਕਿ ਮੋਦੀ ਵਰਗਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਸਾਨੂੰ ਸਿੱਖ ਪ੍ਰਧਾਨ ਮੰਤਰੀ ਚਾਹੀਦਾ।
ਅੱਜ ਇੱਕ ਹਿੰਦੂ ਭੈਣ WhatsApp ਤੇ ਬੋਲਦੀ ਹੈ, ਉਹ ਕਹਿੰਦੀ ਸਰਦਾਰਾਂ ਨੂੰ ਰਾਜ ਦੇ ਦਿਓ, ਭਾਰਤ ਦਾ ਕੋਈ ਵੀ ਸ਼ਖਸ ਭੁੱਖਾ ਨਹੀਂ ਰਹੂਗਾ। ਕਿ ਜਿੱਤ ਨਹੀਂ? ਜੇ ਇਸ ਖਾਲਸ ਰਾਜ ਦੀ ਤੁਸੀਂ ਮੰਗ ਕਰਦੇ ਹੋ, ਅਰੇ ਥੋੜਾ ਚਿਰ ਰੁਕੋ, ਲੋਕ ਮੰਗਣਗੇ, ਪੂਰੇ ਭਾਰਤ ਦੇ ਲੋਕ ਮੰਗਣਗੇ ਵੀ ਉਹ ਖਾਲਸ ਰਾਜ ਚਾਹੀਦਾ, ਉਹ ਸੱਚ ਦਾ ਰਾਜ ਚਾਹੀਦਾ। ਆਪਾਂ ਤਾਂ ਕਾਲੇ ਪੈ ਜਾਂਦੇ, ਨੌਜਵਾਨ ਕਾਲੇ ਪੈ ਜਾਂਦੇ, ਕਹਿੰਦਾ ਬਸ ਚੱਕ ਦਿਓ, ਦਿੱਲੀ ਢਾ ਦੇਣੀ। ਦਿੱਲੀ ਢਾਉਣ ਦੀ ਕੀ ਗੱਲ ਹੈ? ਮੈਂ ਸਟੇਜ ਤੋਂ ਕਿਹਾ ਸਵੇਰੇ ਢਾ ਦਿੰਨੇ ਆ, ਤੁਹਾਡੀ ਕੌਮ ਦੇ ਹਿੱਸੇ ਆ, ਕਿੰਨੀ ਵਾਰ ਸਰ ਕੀਤੀ ਆ, ਦਿੱਲੀ ਜਿੱਤੇ ਆ, ਸਵੇਰੇ ਇੰਟਰਨੈਟ ਖੜਕਾਉਂਦੇ ਆ, ਪਰ ਪ੍ਰਾਪਤੀ ਕੀ ਹੋਊ? ਪ੍ਰਾਪਤੀ ਕਰਨੀ ਹੈ, ਜੇ ਇਸ ਖਾਲਸ ਰਾਜ ਦੀ ਮੰਗ ਕਰਦੇ ਆ, ਉਹ ਖਾਲਸ ਰਾਜ ਲੈਣਾ ਪੂਰੇ ਭਾਰਤ ਦੇ ਵਿੱਚ, ਜਿਹੜਾ ਸਿੱਖ ਰਾਜ ਦੀਆਂ ਨੀਆਂ ਰੱਖੀਆਂ ਕਾਬਲ ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਨੇ, ਉਸ ਰਾਜ ਨੂੰ ਫਿਰ ਕਾਇਮ ਕਰਨਾ ਹੈ, ਤਾਂ ਫਿਰ ਕੁਰਬਾਨੀ ਦੇਣੀ ਪੈਣੀ ਵੀਰੋ, ਫਿਰ ਕੁਰਬਾਨੀ ਦੇਣੀ ਪੈਣੀ। ਬੋਲੇ ਸਬਰ ਰੱਖੋ, ਸਬਰ ਰੱਖੋ, ਸਬਰ ਦੀ ਲੋੜ ਹੈ, ਯਕੀਨ ਦੀ ਲੋੜ ਹੈ, ਥੋੜਾ ਜਿਹਾ ਸਬਰ ਕਰਕੇ ਚੱਲੀਏ। ਅੰਦੋਲਨ ਲੰਬਾ ਚੱਲ ਜਾਏ ਕੋਈ ਗੱਲ ਨਹੀਂ, ਜਿੱਤ ਕੇ ਮੁੜਾਂਗੇ, ਇਹਦੇ ਨੱਥ ਪਾ ਕੇ ਆਵਾਂਗੇ। ਇਦਾਂ ਦੇ ਪ੍ਰਧਾਨ ਮੰਤਰੀ ਦੇ ਐ ਨਹੀਂ ਮੁੜਦੇ, ਫਿਕਰ ਨਾ ਕਰੋ, ਕੋਈ ਆਗੂ ਕਮਜ਼ੋਰ ਨਹੀਂ, ਕੋਈ ਵਿਕਣੇ ਵਾਲਾ ਨਹੀਂ, ਧਰਮੇ ਨਾਲ ਜਿਗਰੇ ਨਾਲ ਜਿੱਤਾਂ ਪ੍ਰਾਪਤ ਕਰਨੀਆਂ ਨੇ। ਜੋ ਮੈਂ ਪਹਿਲਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ, ਘੱਟ ਤੋਂ ਘੱਟ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਲੋਕਾਂ ਦੀਆਂ ਭਾਵਨਾਵਾਂ ਤਾਂ ਬਦਲ ਦਈਏ। ਭਾਰਤ ਤੇ ਰਾਜ ਕਰਨ 1857 ਚ ਲਹਿਰ ਚੱਲੀ ਉਹਨਾਂ ਦੇ ਖਿਲਾਫ, ਆਜ਼ਾਦੀ ਦੀ ਲਹਿਰ 1857 ਚ ਸ਼ੁਰੂ ਹੋਈ, 1947 ਚ ਅਸੀਂ ਆਜ਼ਾਦ ਹੋਏ, 90 ਸਾਲ ਬਾਅਦ ਆਜ਼ਾਦੀ ਲਈ। ਆਪਾਂ ਨੂੰ ਤਾਂ 6 ਮਹੀਨੇ ਹੋਏ ਹਲੇ। ਇਹ ਕਾਲੇ ਗੋਰਿਆਂ ਤੋਂ ਰਾਜ ਖੋਣਾ ਨਹੀਂ, ਇਹਨਾਂ ਤੋਂ ਆਜ਼ਾਦੀ ਨਹੀਂ ਲੈਣੀ। ਅੱਜ ਇੱਕ ਕਾਨੂੰਨ ਵਾਪਸ ਕਰਾ ਕੇ ਆ ਜਾਂਦੇ, ਕੱਲ ਨੂੰ ਨਵਾਂ ਫੇਰ ਬਣਾ ਕੇ ਭੇਜ ਦੇਣਗੇ। ਇਹਨਾਂ ਨੂੰ ਚਲਤਾ ਕਰਨਾ ਹੈ, ਇਹਨਾਂ ਨੂੰ ਭਜਾਉਣਾ ਹੈ। ਸ਼ਹੀਦ ਊਧਮ ਸਿੰਘ ਨੇ 23 ਸਾਲ ਲਾਤੇ ਬਦਲਾ ਲੈਣ ਨੂੰ, ਲੱਗੇ ਪਰ ਬਦਲਾ ਲੈ ਕੇ ਹਟਿਆ, ਜਿਗਰਾ ਰੱਖਿਆ, ਠਰਮਾ ਰੱਖਿਆ ਕਿ ਬਦਲਾ ਲੈਣਾ ਹੈ। ਤੇ ਫਿਰ ਕਿਹੜੀ ਗੱਲ ਹੈ? ਅਜੇ ਤਾਂ ਆਪਾਂ ਨੂੰ 6 ਮਹੀਨੇ ਹੋਏ ਆ, ਫਿਰ ਕਾਹਲੀ ਕਿਹਦੀ ਹੈ ਵੀ ਉੱਥੇ ਬੈਠੇ ਆ ਜੀ, ਉੱਥੇ ਜੀ ਜਾਣਗੇ ਨਹੀਂ ਜੀ। ਕਿਸੇ ਨੇ ਮਨਜੀਤ ਸਿੰਘ ਲਈ ਨਹੀਂ ਜਾਣਾ, ਕਿਸੇ ਨੇ ਆਗੂਆਂ ਬੱਤੀਆਂ ਲਈ ਨਹੀਂ ਜਾਣਾ, ਆਪਣੀ ਅਣਖ ਤੇ ਗੈਰਤ ਲਈ ਜਾਣਾ। ਤੁਹਾਡੀ ਆਪਣੀ ਅਣਖ ਤੇ ਗੈਰਤ ਦੀ ਲੜਾਈ ਹੈ, ਉਹਦੇ ਵਾਸਤੇ ਜਾਣਾ। ਤੇ ਫਿਰ ਯੋਧੇ ਜਾਇਆ ਕਰਦੇ ਨੇ ਜੰਗਾਂ ਦੇ ਵਿੱਚ, ਜਿਹੜੇ ਉੱਥੇ ਜਾਣਗੇ ਉਹ ਯੋਧੇ ਹੋਣਗੇ। ਪਹਿਲਾਂ ਤਾਂ 2 ਮਹੀਨੇ ਮੇਲੇ 'ਚ ਲੰਘ ਗਏ, ਚਲੋ ਦੇਖ ਆਈਏ, ਰੌਣਕਾਂ ਲੱਗੀਆਂ, ਠਟਕੈਰੀਆਂ ਮਾਰਦੇ ਜਾਂਦੇ ਸੀ, ਬਈ ਵਾਹ ਵਾਹ ਕਿਆ ਮੇਲਾ ਲੱਗਾ ਹੋਇਆ। ਪਰਖ ਦੀ ਘੜੀ ਤੇ ਹੁਣ ਹੈ, ਜਿੰਨਾ ਲੰਬਾ ਚੱਲੂ ਹੁਣ ਪਰਖੇ ਜਾਣਾ ਵੀ ਕਿਹੜੇ ਯੋਧੇ ਨੇ। ਇਹ ਨਹੀਂ ਵੀ ਹੁਣ ਵੀ ਇੱਕ ਵਾਰੀ ਕਾਬਲਾ ਲੈ ਜਾਓ, ਚਲੋ ਦਿੱਲੀ ਢਾਇਓ, ਨਹੀਂ, ਸਬਰ ਦੇ ਨਾਲ ਜਿੱਤ ਕੇ ਮੁੜਨਾ, ਸਬਰ ਦੇ ਨਾਲ। ਇਦਾਂ ਦਾ ਪੂਰੇ ਭਾਰਤ ਦੇ ਵਿੱਚ ਇਤਿਹਾਸ ਰਚਣਾ ਹੈ, ਪੂਰੇ ਭਾਰਤ ਵਰਲਡ ਦੇ ਵਿੱਚ ਲੈ ਕੇ ਜਾਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਕੌਮ ਹੈ ਜਿਹੜੇ ਅੰਦੋਲਨ ਕਰਕੇ ਜਿੱਤੇ ਨੇ, ਲੰਬਾ ਅੰਦੋਲਨ ਕਰਕੇ ਜਿੱਤੇ ਨੇ, ਸਰਕਾਰ ਦੀਆਂ ਮਨਸ਼ਾ ਤੇ ਪਾਣੀ ਫੇਰਤਾ ਇਹਨਾਂ ਨੇ। ਇਹ ਕਿਹੜੀ ਕੌਮ ਹੈ? ਪੂਰਾ ਵਰਲਡ ਦੇਖੇਗਾ, ਤੋਂ ਸੇਧ ਲੈਣੀ ਹੈ। ਇਸ ਜਿੱਤ ਨੇ ਇਹਨੂੰ ਬਿਲਕੁਲ ਸਾਬਤ ਕਰਨਾ ਹੈ ਕਿ ਬਾਕੀ ਜਿਹੜੇ ਮੁਲਕਾਂ ਦੇ ਕਿਸਾਨ ਨੇ, ਉਹਨਾਂ ਨੇ ਸਬਕ ਲੈਣਾ ਤੁਹਾਡੇ ਕੋਲੋਂ ਕਿ ਕਿਵੇਂ ਅੰਦੋਲਨ ਲੜੀਦੇ ਨੇ। ਇਸ ਕਰਕੇ ਆਪਾਂ ਧੀਰਜਤਾ ਦੇ ਨਾਲ ਇਸ ਅੰਦੋਲਨ ਨੂੰ ਜਿੰਨਾ ਲੰਬਾ ਚੱਲਦਾ ਹੈ ਉਹਦੇ ਵਿੱਚ ਸਾਥ ਦਈਏ, ਇਕੱਠੇ ਹੋ ਕੇ ਸ਼ਮੂਲੀਅਤ ਕਰੀਏ। ਹਰ ਨਗਰ ਆਪਣੀ ਜ਼ਿੰਮੇਵਾਰੀ ਸਮਝ ਲਵੇ। ਹਰ ਨਗਰ, ਜੇ ਛੋਟਾ ਨਗਰ ਹੈ ਤਾਂ ਘੱਟ ਤੋਂ ਘੱਟ 5 ਬੰਦੇ, ਵੱਡਾ ਨਗਰ ਹੈ 10 ਬੰਦੇ, ਉਸ ਤੋਂ ਵੱਡਾ ਹੈ 20 ਬੰਦੇ। ਨਗਰ ਦੇ ਹਿਸਾਬ ਨਾਲ ਉੱਥੇ ਹਰ ਵੇਲੇ ਹਰ ਨਗਰ ਦੀ ਸ਼ਮੂਲੀਅਤ ਰਹਿਣੀ ਚਾਹੀਦੀ ਹੈ। ਕੂੜਾ ਸਾਰਾ ਮੱਥਾ ਟੇਕ ਆਏ ਆ, ਪਰ ਮੈਨੂੰ ਕਹਿੰਦੇ ਸਨ ਪਰਿਵਾਰ ਵਾਲੇ ਵੀ ਤੁਸੀਂ ਹੁਣ ਇੱਕ ਕੰਮ ਛੱਡਿਆ, ਕਹਿੰਦੇ ਮੈਂ ਬੜਾ ਦੁਖੀ ਆ, ਇਹਨੂੰ ਛੱਡਤਾ ਤੇ ਹੁਣ ਉਹ ਤੋਂ ਵੱਡਾ ਕੰਮ ਫੜ ਲਿਆ। ਅੱਗੇ ਤਾਂ ਇੱਕ ਵਾਰਡ ਦੇ MC ਸੀ, ਹੁਣ ਤੁਸੀਂ ਪੰਜਾਬ ਦੇ ਪ੍ਰਧਾਨ ਬਣ ਕੇ ਬਹਿ ਗਏ। ਘਰ ਦਾ ਕੰਮ ਕੌਣ ਕਰੂ? ਮੈਂ ਇੱਕੋ ਗੱਲ ਕਹੀ ਉਹਨਾਂ ਨੂੰ, ਮੇਰੇ ਬੇਟੇ ਨੂੰ ਵੀ ਕਹੀ, ਮੇਰੀ ਪਤਨੀ ਨੂੰ ਵੀ ਕਹੀ। ਉਹਨਾਂ ਨੂੰ ਕਿਹਾ ਕਿ ਪੈਸੇ ਵਾਲੇ ਬਹੁਤ ਹੋਣਗੇ ਵੱਡੇ, ਆਪਾਂ ਖੂਹ ਦੇ ਡੱਡੂ ਨਹੀਂ ਬਣਨਾ। ਵਾਹਿਗੁਰੂ ਨੇ ਰਹਿਮਤ ਕੀਤੀ ਹੈ, ਤੁਹਾਡੀ ਡਿਊਟੀ ਲਾਈ ਹੈ,
ਫਿਰ ਡਿਊਟੀ ਉਹਨਾਂ ਦੀ ਲੱਗਦੀ ਹੈ, ਉੱਪਰੋਂ ਲਿਖ ਕੇ ਆਉਂਦੀ ਹੈ ਡਿਊਟੀ ਪੇ ਤੇਰੀ ਭਾਈ, ਕੌਮ ਨੂੰ ਲੋੜ ਹੈ, ਤੇਰੀ ਕਿੱਤੇ ਨੂੰ ਲੋੜ ਹੈ, ਅੱਗੇ ਹੋ ਕੇ ਚੱਲ, ਤੇਰੀ ਡਿਊਟੀ ਲੱਗੀ ਹੈ, ਆਪਣੀ ਡਿਊਟੀ ਨਿਭਾ। ਮਾਲਕ ਨੇ ਤੈਨੂੰ ਭੇਜਿਆ ਬਣਾ ਕੇ, ਇਹ ਨੌਕਰੀ ਤੈਨੂੰ ਵਾਹਿਗੁਰੂ ਨੇ ਸੌਂਪੀ ਹੈ, ਜਿੰਨਾ ਚਿਰ ਕਰ ਸਕਦਾ ਇਮਾਨਦਾਰੀ ਨਾਲ ਕਰ ਇਹਨੂੰ। 20 ਸਾਲ ਦਾ ਬੇਟਾ, ਉਹਨੂੰ ਕਦੇ ਗੰਨਾ ਢੋਇਆ ਨਹੀਂ ਸੀ ਮੈਨੂੰ, ਇੱਕ ਟਰਾਲੀ ਪਿਛਲੇ ਸਾਲ ਲੈ ਕੇ ਗਿਆ ਸੀ, 32 ਖੇਤ ਗੰਨੇ ਦੇ ਢੋਲੇ ਉਹਨੇ, ਲੈ ਗਿਆ, ਟਰਾਲੀ ਵੀ ਪਲਟੀ। ਮੈਂ ਦਿੱਲੀ ਸੀ, ਘਬਰਾਹਟ ਹੋਈ ਬੜੀ, ਹੁੰਦਾ ਜਦੋਂ ਉਤਰਿਆ ਜਾਂ ਫੋਨ ਕਰਨ ਲੱਗਾ, ਗੰਨਾ ਸਾਰਾ ਇੱਕ ਖਤਾਨਾ ਚ ਟਰਾਲੀ ਡੇਪੀ ਉੱਪਰ ਚਲਾ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਲੈਗ ਗਾਰਡ ਲੱਗਾ ਸੀ, ਉਹਦੇ ਕੋਲ ਦੀ ਨਿਕਲ ਗਿਆ, ਮੂਹਰੇ ਦਰਖਤ ਸੀਗਾ, ਤੇ ਘਬਰਾਇਆ ਬੜਾ ਸੀਗਾ। ਮੈਂ ਕਿਹਾ ਪੁੱਤਰਾ ਕੀ ਗੱਲ ਹੋ ਗਈ? ਕਹਿੰਦਾ ਟਰੈਕਟਰ ਡੈਡੀ ਟੁੱਟ ਗਿਆ ਸਾਰਾ। ਮੈਂ ਕਿਹਾ ਕੋਈ ਨਹੀਂ ਪੁੱਤਰਾ, ਤੂੰ ਠੀਕ ਹੈ, ਅਸੀਂ ਕਰਜ਼ਾ ਚੱਕਣ ਨੂੰ ਤਕੜੇ ਆ, ਹੋਰ ਲੈ ਲਾਂਗੇ, ਕੋਈ ਗੱਲ ਨਹੀਂ, ਕਰਜ਼ੇ ਤੇ ਹੀ ਲੈਣਾ, ਕਿਸ਼ਤਾਂ ਤੇ ਹੀ ਲੈਣਾ, ਲੈ ਲਾਂਗੇ, ਫਿਰ ਘਬਰਾ ਨਾ। ਪਰ ਵਾਹਿਗੁਰੂ ਦੀ ਕਿਰਪਾ ਦੇਖੋ, ਉਹਦੀ ਰਹਿਮਤ ਦੇਖੋ, ਭਈ ਸਾਰਾ ਹੀ ਗੰਨਾ ਪੌਣੇ 200 ਕੁਇੰਟਲ ਟਰਾਲੀ ਖਾਲੀ ਹੋ ਗਈ ਸੀ, ਐਂ ਡਿੱਗਿਆ ਥੱਲੇ ਖਤਾਨਾ ਪੁਲੀ ਤੋਂ, ਮਾਛੀ ਵਾਲੇ ਕੋ ਪੁਲੀ ਹੈ, ਉਹ ਤੋਂ ਥੱਲੇ ਡਿੱਗ ਗਈ ਟਰਾਲੀ, ਔਰ ਪੂਰਾ ਗੰਨਾ ਚਲਾ ਗਿਆ। ਜਦੋਂ ਗੰਨਾ ਚੱਕਿਆ ਤੇ ਕੇਵਲ ਇੱਕ ਲੈਗ ਗਾਰਡ ਜੇ ਤੇ ਪੈਰ ਧਰ ਕੇ ਉੱਪਰ ਚੜਦੇ ਆ, ਉਹ ਵਿੰਗਾ ਹੋਇਆ, ਇੱਕ ਯਾਬ ਨਹੀਂ ਲੱਗੀ। ਮੈਂ ਤਾਂ ਕਹਿ ਰਿਹਾ ਕਲਾ ਵਰਤ ਰਹੀ ਉਹਦੀ। ਉਹ ਵਾਹਿਗੁਰੂ ਤੁਹਾਡੇ ਨਾਲ ਹੈ, ਜੇ ਤੁਸੀਂ ਸੱਚੇ ਮਨੋਂ ਤੁਰੇ ਆ ਤਾਂ ਨਹੀਂ ਮੁੜਦੇ ਪਿੱਛੇ, ਜਿੱਤ ਕੇ ਮੁੜਾਂਗੇ। ਇਹ ਪ੍ਰਾਪਤੀਆਂ ਨੇ। ਆਪਾਂ ਕਬਜ਼ਾਕਾਰ ਦੀ ਮੈਂ ਗੱਲ ਕਰਦਾ ਸੀ ਵੀ 6 ਹਾਈਵੇ ਦੱਬੇ ਹੋਏ ਨੇ, ਅਸੀਂ ਨਹੀਂ ਜ਼ਰੂਰਤ ਸਰਕਾਰ ਕੋਲ। ਸਵੇਰੇ ਤਾਂ ਹੀ ਲੇਟ ਹੋ ਗਏ, ਪਿੱਛੇ ਕਾਫੀ ਪਿੰਡਾਂ ਦੇ ਵਿੱਚ ਸੀਗਾ, ਕਈ ਨਗਰਾਂ ਵਾਲੇ ਮਹਿਸੂਸ ਕਰਦੇ ਨੇ ਵੀ ਸਾਨੂੰ ਕਿਸੇ ਨੇ ਕਿਹਾ ਨਹੀਂ, ਅਸੀਂ ਕਿਹਦੇ ਨਾਲ ਜਾਈਏ। ਕਈ ਜਥੇਬੰਦੀਆਂ ਆਪਣੀਆਂ ਦੁਆਬੇ 'ਚ ਸ਼ੁਰੂ ਤੋਂ ਨਹੀਂ ਐਡੀਆਂ ਸਰਗਰਮ ਰਹੀਆਂ, ਆਪਾਂ ਵੀ ਨਹੀਂ ਰਹੇ, ਗੰਨੇ ਦੀ ਲੜਾਈ ਲੜਦੇ ਸੀ, ਉਨੀ ਕੁ ਲੜਾਈ ਲੜ ਕੇ ਘਰੇ ਬਹਿ ਜਾਣਾ। ਮੈਂ ਬਹੁਤ ਵਾਰ ਕਿਹਾ ਵੀ ਇਹ ਅੰਦੋਲਨ ਸਾਡੇ ਕੱਦ ਤੋਂ ਬਹੁਤ ਵੱਡਾ ਗਿਆ, ਪਰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਸਿੱਖਦੇ ਆ ਰੋਜ਼। ਔਰ ਹੁਣ ਇਹ ਦੇਖਿਆ ਕਿ ਨਗਰਾਂ ਵਾਲੇ ਕਹਿੰਦੇ ਨੇ ਕਿ ਸਾਨੂੰ ਕੋਈ ਕਹਿਣ ਨਹੀਂ ਆਇਆ, ਅਸੀਂ ਕਿਹਦੇ ਨਾਲ ਜਾਈਏ। ਫਿਰ ਇਸ ਕਰਕੇ ਕਈ ਪਿੰਡਾਂ ਦੇ ਵਿੱਚ ਗਏ, ਉੱਥੇ ਜਾ ਕੇ ਆਖਿਆ ਕਿ ਆਪਾਂ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕਣਕ ਵੱਢ ਲਈ, ਝੋਨਾ 10 ਤਰੀਕ ਨੂੰ ਲੱਗਣਾ ਸ਼ੁਰੂ ਹੋਣਾ, ਜਿਹੜੇ ਵਿਚਲੇ ਦਿਨ ਹੈ ਘੱਟ ਤੋਂ ਘੱਟ ਇਹ ਤਾਂ ਲਾ ਲਈਏ ਮੋਰਚੇ ਲਈ। ਇਸ ਕਰਕੇ ਹੁਣ ਅਸੀਂ ਕਾਫਲੇ ਲੈ ਕੇ ਜਾਣੇ। 28 ਤਰੀਕ ਨੂੰ ਆਪਣਾ ਕਾਫਲਾ ਗਿਆ, ਇੱਕ ਕੱਲ ਗਿਆ, 2 ਤਰੀਕ ਨੂੰ ਕਾਫਲਾ, ਹੁਣ 5 ਤਰੀਕ ਨੂੰ ਕਾਫਲਾ ਜਾਣਾ। ਇਹ ਕਾਫਲੇ ਇਸ ਕਰਕੇ ਲੈ ਕੇ ਜਾ ਰਹੇ ਵੀ ਸਰਕਾਰ ਨੂੰ ਪਤਾ ਲੱਗ ਜੇ ਕਿ ਭਾਈ ਇਹ ਫਸਲ ਕੱਟਣ ਜਾਣਗੇ, ਕੱਟ ਕੇ ਫਿਰ ਦਿੱਲੀ ਮੁੜ ਆਉਣਗੇ, ਫਸਲ ਬੀਜਣ ਜਾਣਗੇ, ਫਿਰ ਮੁੜ ਦਿੱਲੀ ਆਉਣਗੇ। ਇਹ ਆਪਣੇ ਡੇਰੇ ਉਹਨਾਂ ਚਿਰ ਇੱਥੋਂ ਚੁੱਕਣਗੇ ਨਹੀਂ ਜਿੰਨਾ ਚਿਰ ਇਹਨਾਂ ਦੀ ਗੱਲ ਮੰਨੀ ਨਹੀਂ ਜਾਂਦੀ। ਆਖਰ ਵਿੱਚ ਮਨਜੀਤ ਸਿੰਘ ਰਾਏ ਜੀ ਦਾ ਪਿੰਡ ਮਾਣਕੋ ਵਾਸੀਆਂ ਵੱਲੋਂ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ।